आप ते ਇਹ ਗੱਲ ਨਹੀਂ ਕਹੀ ਵੀ ਜੇ ਅਸੀਂ ਨਾ ਹੁੰਦੇ ਤਾਂ ਕੀ ਹੋ ਜਾਣਾ ਸੀ, ਪਰ ਜਦੋਂ ਵੀ ਗੱਲ ਆਈ ਤਾਂ ਉੱਥੇ ਇਹੀ ਆਈ ਕਿਹੜੀ ਜੋ ਬਾਰ-ਬਾਰ ਸਾਨੂੰ ਪੜ੍ਹਨ ਨੂੰ ਮਿਲਦੀ ਆ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਹਦੇ ਵਿੱਚ ਇਹ ਹਵਾਲਾ ਮਿਲਦਾ ਵੀ ਰੱਬ ਦੀ ਕਿਰਪਾ ਸਦਕਾ ਹੋਇਆ, ਸਾਡੀ ਕਿਰਪਾ ਸਦਕਾ ਨਹੀਂ। ਇੱਕ ਇਸ਼ਾਰਾ ਵੀ ਗੁਰੂ ਪ੍ਰਮਾਤਮਾ ਦੀ ਕਿਰਪਾ ਗਈ। ਕਾਸ਼ ਕਦੇ ਬੰਦਾ ਵੀ ਇਹ ਗੱਲ ਸਿੱਖ ਲਵੇ ਤੇ ਕਹਿਣ ਲੱਗ ਜਾਵੇ ਵੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਭਾਵੇਂ ਛੋਟਾ, ਭਾਵੇਂ ਵੱਡਾ, ਭਾਵੇਂ ਕੋਈ ਵੇਦਾਂ ਦੀ ਗੱਲ ਆ, ਗ੍ਰੰਥਾਂ ਦੀ ਗੱਲ ਆ, ਭਾਵੇਂ ਕੋਈ ਆਮ ਗੱਲ ਆ, ਪਰ ਗੁਰੂ ਸਾਹਿਬ ਜੀ ਨੇ ਇੱਥੇ ਜੋ ਹਵਾਲਾ ਸਾਨੂੰ ਦਿੱਤਾ ਵੀ ਭਾਵੇਂ 4 ਵੇਦ ਨੇ, 4 ਵੇਦਾਂ ਦੀ ਗੱਲ ਚੱਲਦੀ ਆ, ਪਰ ਉਹਨਾਂ ਵੇਦਾਂ ਦੇ ਪਿੱਛੇ ਜਿਹੜਾ ਦਿਮਾਗ ਉਹ ਵੀ ਪ੍ਰਮਾਤਮਾ ਨੇ ਜੋ ਸਾਨੂੰ ਦਿੱਤਾ ਉਹੀ ਵਰਤਿਆ ਗਿਆ। ਇਸ ਕਰਕੇ ਗੁਰੂ ਪ੍ਰਮਾਤਮਾ ਦੀ ਆਪਣੀ ਹੀ ਰਜ਼ਾ ਦੇ ਵਿੱਚ ਇਹ ਕੁਛ ਹੋਇਆ। ਅੱਗੇ ਗੱਲ ਕੀਤੀ ਹੈ 4 ਖਾਣਾ ਦੀ। ਫਿਰ ਪਾਤਸ਼ਾਹ ਕਹਿੰਦੇ ਨੇ ਖਾਣੀ ਚਾਰੇ ਬਾਣੀ ਭੇਦਾ। ਉਸ ਪ੍ਰਮਾਤਮਾ ਨੇ ਕਹਿੰਦੇ 4 ਖਾਣਾ ਪੈਦਾ ਕੀਤੀਆਂ ਨੇ ਤੇ 4 ਜਿਹੜੀਆਂ ਖਾਣਾ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ, ਅੰਡਜਾ, ਜੇਰਜਾ, ਸੇਤਜਾ ਤੇ ਉਤਪੁਜਾ। ਮਤਲਬ ਅੰਡੇ ਚੋਂ ਪੈਦਾ ਹੋਣ ਵਾਲੇ ਜੀਵ, ਜੇਰ ਚੋਂ ਪੈਦਾ ਹੋਣ ਵਾਲੇ, ਮੁੜਕੇ ਚੋਂ ਪੈਦਾ ਹੋਣ ਵਾਲੇ ਅਤੇ ਮਿੱਟੀ ਚੋਂ ਬਨਸਪਤੀ ਪੈਦਾ ਹੋਣ ਵਾਲੀ। ਹੁਣ ਪ੍ਰਮਾਤਮਾ ਨੇ 4 ਖਾਣਾ ਦੇ ਵਿੱਚੋਂ ਹਰ ਇੱਕ ਜੀਵ ਨੂੰ ਜਨਮ ਦਿਵਾਤਾ, ਉਹ ਪ੍ਰਮਾਤਮਾ ਨੇ। ਇਹਦੇ ਪਿੱਛੇ ਇਹ ਨਹੀਂ ਕਹਿ ਸਕਦੇ ਵੀ ਕਿਸੇ ਵਿਗਿਆਨੀ ਦਾ, ਕਿਸੇ ਡਾਕਟਰ ਦਾ, ਕਿਸੇ ਵੱਡੇ ਤੋਂ ਵੱਡੇ ਦੁਨੀਆ ਦੇ ਮਾਹਰ ਵਿਅਕਤੀ ਦਾ ਹੱਥ ਆ। ਹੈ ਪ੍ਰਮਾਤਮਾ ਦੀ ਬਖਸ਼ਿਸ਼। ਉਹਨੂੰ ਜਿਵੇਂ ਭਾਉਂਦਾ, ਜਿਵੇਂ ਚੰਗਾ ਲੱਗਿਆ, ਉਹਨੇ ਸਾਰੇ ਜੀਵਾਂ ਨੂੰ 4 ਖਾਣਾ ਦੇ ਵਿੱਚੋਂ ਜਨਮ ਦਿਵਾ ਦਿੱਤਾ। ਜਾਨੀ ਕਿ ਇੱਥੇ ਇਸ਼ਾਰਾ ਸੀ ਵੀ ਚੌਥ ਉਪਾਏ 4 ਵੇਦਾ। ਜੇ ਮੰਨਿਆ ਗਿਆ ਵੀ ਪੂਰਨਮਾਸੀ ਤੋਂ 4 ਦਿਨ ਬਾਅਦ, ਜਾਨੀ ਕਿ ਇੱਕ ਹਵਾਲਾ ਗਾ ਵੇਦ ਰਚੇ ਤੇ 4 ਹੀ ਖਾਣਾ ਰਚੀਆਂ। 4 ਖਾਣਾ ਦੇ ਵਿੱਚੋਂ ਪ੍ਰਮਾਤਮਾ ਨੇ, ਅਕਾਲ ਪੁਰਖ ਜੀ ਨੇ ਅੱਡੋ ਅੱਡ ਜੀਵ ਪੈਦਾ ਕਰ ਦਿੱਤੇ। ਪਰ ਇੱਥੇ ਇੱਕ ਕਮਾਲ ਆ, ਖਾਣਾ 4 ਨੇ, ਬੋਲੀਆਂ ਅਲੱਗ-ਅਲੱਗ ਨੇ। ਕੀੜੀ ਤੋਂ ਲੈ ਹਾਥੀ ਤੱਕ ਵਿਖਦੇ ਅਣਵਿਖਦੇ ਜੀਵ ਜਿੰਨੇ ਵੀ ਸਾਡੇ ਸੱਜੇ ਖੱਬੇ ਅੱਗੇ ਪਿੱਛੇ ਨੇ, ਸਾਰਿਆਂ ਦਾ ਜਨਮ 4 ਖਾਣਾ ਚ ਹੋਇਆ। ਕੋਈ ਅੰਡੇ ਚੋਂ, ਕੋਈ ਜੇਰ, ਕੋਈ ਮੁੜਕਾ, ਕੋਈ ਉਤਪੁਜ ਚੋਂ, ਪਰ ਸਾਰਿਆਂ ਦੀ ਬੋਲੀ ਅਲੱਗ-ਅਲੱਗ ਆ। ਜਿਵੇਂ ਗੰਨਾ ਬਨਸਪਤੀ ਦਾ ਰੂਪ ਆ, ਬਾਂਸ ਉਹ ਵੀ ਬਨਸਪਤੀ ਦਾ ਰੂਪ ਆ। ਦੋਵਾਂ ਦਾ ਜਨਮ ਮਿੱਟੀ ਚੋਂ ਹੋਇਆ। ਪਰ ਵਾਹਿਗੁਰੂ ਭਲਾ ਕਰੇ, ਜਿਹੜੀ ਗੱਲ ਕੀਤੀ ਆ ਬੋਲੀ ਦੀ, ਵੀ ਬੋਲੀਆਂ ਅਲੱਗ-ਅਲੱਗ ਨੇ, ਦੋਵਾਂ ਦੀ ਸ਼ਕਲ ਤਾਂ ਮਿਲਦੀ ਆ, ਮਾਮੂਲੀ ਫਰਕ ਹੋਣਾ ਕੋਈ, ਪਰ ਜਿਹੜਾ ਵੱਡਾ ਫਰਕ ਵੇਖਣ ਨੂੰ ਆ ਉਹ ਇਹ ਆ, ਗੰਨਾ ਤੇ ਬਾਂਸ ਭਾਵੇਂ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਪਰ ਗੰਨਾ ਰਸ ਨਾਲ ਭਰਿਆ ਪਿਆ ਤੇ ਬਾਂਸ ਵਿੱਚੋਂ ਖਾਲੀ ਆ। ਨਿੰਮ ਦੀਆਂ ਨਮੋਲੀਆਂ, ਨਿੰਮ ਦਾ ਪੌਦਾ ਇੱਕ ਪਾਸੇ, ਜਾਮਣ, ਜਾਮਣ ਦੀਆਂ ਜਾਮਣਾਂ, ਪੈਦਾ ਤਾਂ ਦੋਵੇਂ ਜਣੀਆਂ ਧਰਤੀ 'ਚ ਹੋਈਆਂ ਨੇ, ਪਰ ਦੋਵਾਂ ਦੇ ਸਵਾਦ ਦਾ, ਦੋਵਾਂ ਦੇ ਪੱਤਿਆਂ ਦੇ ਆਕਾਰ ਦਾ, ਬੋਲੀ ਦਾ ਫਰਕ ਆਗਾ। ਦੋਵਾਂ ਦਾ ਫਰਕ ਆ ਨਾ। ਕਾਂ ਆ, ਕੋਇਲ ਆ, ਦੋਵਾਂ ਦਾ ਜਨਮ ਤਾਂ ਆਂਡੇ 'ਚੋਂ ਹੋਇਆ। ਪਰ ਵਾਹਿਗੁਰੂ ਭਲਾ ਕਰੇ, ਜੇ ਗੁਰੂ ਸਾਹਿਬ ਨੇ ਕਿਹਾ ਬੋਲੀਆਂ ਅਲੱਗ-ਅਲੱਗ ਬਣਾਤੀਆਂ, ਤਾਂ ਸਦਕੇ ਜਾਈਏ ਉਹ ਰੱਬ ਤੋਂ, ਪ੍ਰਮਾਤਮਾ ਤੋਂ, ਜਿਹਨੇ ਸਭ ਨੂੰ ਅਲੱਗ-ਅਲੱਗ ਆਵਾਜ਼ਾਂ ਦਿੱਤੀਆਂ, ਬੋਲੀਆਂ ਦਿੱਤੀਆਂ।
ਹੁਣ ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ, ਪਰ ਪੈਦਾ ਵੀ ਦੋਨੇ ਆਂਡੇ ਚੋਂ ਹੋਏ ਨੇ। ਉਹ ਵੀ ਆਂਡੇ ਚੋਂ ਪੈਦਾ ਹੋਈ ਆ, ਉਹ ਵੀ ਆਂਡੇ ਚੋਂ ਪੈਦਾ ਹੋਇਆ। ਪਰ ਵਾਹਿਗੁਰੂ ਚੇਤਾ ਰੱਖਿਓ, ਬੋਲੀ ਦੋਨਾਂ ਦੀ ਅਲੱਗ-ਅਲੱਗ ਆ। ਕਾਂ ਦੀ ਬੋਲੀ ਅਲੱਗ ਆ, ਕੋਇਲ ਦੀ ਬੋਲੀ ਅਲੱਗ ਆ। ਇਵੇਂ ਜਿਵੇਂ ਇੱਕ ਨਹੀਂ, ਕਿੰਨੇ ਮਰਜ਼ੀ ਆਪਾਂ ਆਪਣੇ ਵੱਲੋਂ ਜੀਵ ਵੇਖ ਲਓ, ਸਾਰੇ ਜੀਵਾਂ ਦੀ ਪੈਦਾਇਸ਼ 4 ਖਾਣਾਂ ਦੇ ਵਿੱਚੋਂ ਹੋਈ ਆ ਤੇ ਸਾਰਿਆਂ ਦੀ ਬੋਲੀ ਅਲੱਗ-ਅਲੱਗ ਹੈ। ਬੋਲੀ ਅਲੱਗ-ਅਲੱਗ ਆ ਸਾਰਿਆਂ ਦੀ। ਤੇ ਹੁਣ ਗੁਰੂ ਸਾਹਿਬ ਜੀ ਕਹਿੰਦੇ ਚਾਰੇ ਖਾਣਾ, ਚਾਰੇ ਭੇਦਾ। ਹੁਣ ਪਾਤਸ਼ਾਹ ਜੀ ਕਹਿੰਦੇ ਚਾਰੇ ਖਾਣਾ, ਖਾਣੀਆਂ 4 ਨੇ ਤੇ ਬਾਣੀ ਭੇਦਾ। ਬਾਣੀ ਬੋਲੀ ਬਹੁਤ ਫਰਕ ਨਾਲ ਹੈ ਤੇ ਇਹ ਸਾਰੀ ਬਖਸ਼ਿਸ਼ ਉਸ ਰੱਬ ਦੀ ਹੈ, ਉਸ ਗੁਰੂ ਦੀ ਹੈ। ਅੱਗੇ ਕਹਿੰਦੇ ਨੇ ਅਸ਼ਟ ਦਸਾ ਖਟ 3 ਉਪਾਏ, ਸੋ ਬੂਝੈ ਜਿਸ ਆਪ ਬੁਝਾਏ। ਇਸੇ ਧਰਤੀ ਤੇ ਅਨੇਕਾਂ ਧਾਰਮਿਕ ਗ੍ਰੰਥ ਨੇ, ਭਾਵੇਂ ਉਹਨਾਂ ਗ੍ਰੰਥਾਂ ਦਾ ਨਾਮ ਇੱਥੇ ਪਾਤਸ਼ਾਹ ਨੇ ਲਿਖਿਆ ਗਾ ਅਸ਼ਟ 8 ਦਸਾ ਖਟ 3 ਉਪਾਏ, 18 ਵੇਦ ਸ਼ਾਸਤਰ, ਸਿਮਰਤੀਆਂ, ਅਨੇਕਾਂ ਧਾਰਮਿਕ ਪੁਸਤਕਾਂ ਪੈਦਾ ਕੀਤੀਆਂ, ਪੈਦਾ ਹੋਈਆਂ, ਪਰ ਸਾਰੀਆਂ ਦੇ ਪਿੱਛੇ ਤਾਕਤ ਪਰਮਾਤਮਾ ਦੀ ਹੈ। ਇਸ ਗੱਲ ਨੂੰ ਬੁੱਝਦਾ ਕੋਈ ਬਿਰਲਾ ਗਾ, ਸੋ ਬੂਝੈ ਜਿਸ ਆਪ ਬੁਝਾਏ। ਜੀ ਤੇ ਉਹ ਆਪ ਕਿਰਪਾ ਕਰਦਾ, ਉਹੀ ਹੀ ਇਸ ਗੱਲ ਨੂੰ ਬੁੱਝਦਾ। ਹਰ ਕੋਈ ਇਸ ਗੱਲ ਨੂੰ ਨਹੀਂ ਸਮਝ ਸਕਦਾ ਤੇ ਨਹੀਂ ਬੁੱਝ ਸਕਦਾ। ਇਹਨੂੰ ਵੀ ਆਪਾਂ ਰੱਬ ਦੀ ਬਖਸ਼ਿਸ਼ ਹੀ ਮੰਨ ਸਕਦੇ ਹਾਂ ਵੀ ਹਰ ਇੱਕ ਦੇ, ਜਿਵੇਂ ਆਪਾਂ ਕਹਿੰਦੇ ਨਾ, ਬੁੱਝਣ ਦੀ ਗੱਲ ਵੱਸ ਦੀ ਗੱਲ ਨਹੀਂ ਹੈ। ਇਹ ਵੀ ਪਰਮਾਤਮਾ ਦੀ, ਰੱਬ ਦੀ, ਉਸ ਦਾਤੇ ਦੀ ਕਲਾ ਹੈ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਹ ਵਾਹਿਗੁਰੂ ਦੀ ਨਦਰ ਆ। ਕਿਸੇ ਤੇ ਕਿਸ ਰੂਪ ਵੱਲ ਤੱਕਦਾ ਤੇ ਕਿਸੇ ਤੇ ਕਿਸ ਰੂਪ ਵੱਲ ਤੱਕਦਾ ਹੈ। ਉਹ ਹਰ ਇੱਕ ਜੀਵ ਨੂੰ ਤੱਕ ਰਿਹਾ, ਪਰ ਉਹਦੀ ਨਦਰ ਦਾ ਫਰਕ ਆ। ਜਿਵੇਂ ਆਪਾਂ ਗੁਰਬਾਣੀ ਚੋਂ ਵੀ ਪੜ੍ਹਦੇ ਹਾਂ ਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਉਹਨਾਂ ਨੂੰ ਕਹਿੰਦੇ ਲੱਖਾਂ ਹੀ ਖੁਸ਼ੀਆਂ ਤੇ ਪਾਤਸ਼ਾਹੀਆਂ ਮਿਲ ਜਾਂਦੀਆਂ ਨੇ, ਜਿਨ੍ਹਾਂ ਤੇ ਉਹ ਮਾਲਕ ਆਪਣੀ ਮਿਹਰ ਦੀ ਨਦਰ ਕਰਦਾ ਹੈ। ਤੇ ਹੁਣ ਉਹਦੀ ਮਿਹਰ ਦੀ ਨਦਰ ਕਿਵੇਂ ਹੁੰਦੀ ਆ? ਆਪਾਂ ਇੱਥੇ ਪੁਆਇੰਟੇ ਪੜ੍ਹਿਆ ਵੀ ਸਾਰਿਆਂ ਤੇ ਨਿਗਾਹ, ਤੇ ਪਰ ਕਿਸੇ ਕਿਸੇ ਤੇ ਨਿਗਾਹ ਪਏਗੀ, ਉਹ ਤਰ ਗਿਆ। ਜਿਹੜਾ ਡੁੱਬ ਰਿਹਾ ਗਾ, ਨਿਗਾਹ ਉਹ ਤੇ ਵੀ ਆ, ਉਹ ਵਿਚਾਰਾ ਡੁੱਬ ਗਿਆ, ਮਰ ਗਿਆ। ਪਰ ਫਰਕ ਕੀ ਹੈ ਇੱਥੇ? ਜਿਹੜਾ ਤਰ ਗਿਆ ਉਹਦੇ ਵਿੱਚ ਕੀ ਫਰਕ ਆ, ਜਿਹੜਾ ਡੁੱਬ ਗਿਆ ਉਹਦੇ ਵਿੱਚ ਕੀ ਅੰਤਰ ਆ? ਦੋਵਾਂ ਦਾ ਫਰਕ ਇਹ ਆ, ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਨਦਰ ਹੋਈ ਇਸ ਰੂਪ ਦੇ ਵਿੱਚ। ਕਿਹੜੇ ਰੂਪ ਦੇ ਵਿੱਚ? ਜਿਵੇਂ ਕਿ ਆਪਾਂ ਸਾਰੇ ਗੁਰੂ ਕੀ ਪਾਵਨ ਬਾਣੀ ਚੋਂ ਵੀ ਪੜ੍ਹਦੇ ਆ, ਤੇ ਉਦਾਂ ਵੀ ਆਪਾਂ ਨੂੰ ਪਤਾ ਵੀ ਇੱਕ ਸੰਖੀ ਆ, ਉਹਨੂੰ ਸਿੱਧੇ ਤੌਰ ਤੇ ਵਰਤਿਆ ਜਾਵੇ ਤੇ ਬੰਦਾ ਮਰ ਜਾਂਦਾ, ਤੇ ਉਹਨੂੰ ਤਰੀਕੇ ਦੇ ਨਾਲ ਵਰਤਿਆ ਜਾਵੇ ਤੇ ਬੰਦੇ ਦੀਆਂ ਅਨੇਕਾਂ ਬਿਮਾਰੀਆਂ ਵੀ ਉਹ ਕੱਟ ਦਿੰਦਾ ਗਾ। ਇਵੇਂ ਜਿਵੇਂ ਮਾਲਕ ਪਰਮਾਤਮਾ ਹਰੇਕ ਤੇ ਆਪਣੀ ਨਿਗਾਹ ਪਾ ਰਿਹਾ। ਇੱਕ ਤੇ ਨਿਗਾਹ ਪੈਗੀ, ਉਹ ਤਰ ਗਿਆ, ਇੱਕ ਤੇ ਨਿਗਾਹ ਪੈਗੀ, ਉਹ ਮਰ ਗਿਆ, ਡੁੱਬ ਗਿਆ, ਖਤਮ ਹੋ ਗਿਆ। ਪਰ ਇਹਦਾ ਮਤਲਬ ਕੀ ਆ? ਇੱਕ ਨੇ ਗੁਰੂ ਦੀ ਪਾਵਨ ਬਾਣੀ ਨੂੰ ਸਮਝ ਲਿਆ, ਉਹਨੇ ਤਰੀਕੇ ਦੇ ਨਾਲ ਵਰਤ ਲਿਆ। ਇੱਕ ਨੇ ਤਰੀਕੇ ਦੇ ਨਾਲ ਨਹੀਂ ਵਰਤਿਆ, ਆਪਣੇ ਵੱਲੋਂ ਮਨਮਾਨੀਆਂ ਕੀਤੀਆਂ, ਮਨਮਾਨੀਆਂ ਕਰਨ ਵਾਲਾ ਡੁੱਬ ਗਿਆ। ਹੁਣ ਜਿਹਨੇ ਤਰੀਕਾ ਵਰਤਿਆ ਉਹਦੇ ਪਰਥਾਏ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਗਾ। ਪਾਤਸ਼ਾਹ ਕਹਿੰਦੇ ਉਹਦਾ ਜੀਵਨ ਆ ਸੀ, ਉਹ ਤਾਂ ਤਰ ਗਿਆ। ਅੰਤਰ ਗੁਰ ਅਰਾਧਨਾ, ਉਹਦਾ ਤਰੀਕਾ, ਜ਼ਿੰਦਗੀ ਜਿਉਣ ਦਾ ਢੰਗ, ਜ਼ਿੰਦਗੀ ਜਿਉਣ ਦਾ ਵੇਸ ਉਹਦਾ ਆ ਸੀਗਾ। ਅੰਤਰ ਗੁਰ ਅਰਾਧਨਾ, ਜਿਹਬਾ ਜਪ ਗੁਰ ਨਾਉ। ਉਹ ਹਰ ਵਕਤ ਅੰਤਰ ਆਤਮੇ ਮਾਲਕ ਨੂੰ, ਪਰਮੇਸ਼ਰ ਪਰਮਾਤਮਾ ਨੂੰ ਚੇਤੇ ਰੱਖਦਾ ਸੀ। ਬਸ ਇੰਨਾ ਹੀ ਫਰਕ ਆ। ਆਪਣੀ ਜ਼ੁਬਾਨ ਦੇ ਨਾਲ ਉਹ ਰੱਬ ਨੂੰ ਯਾਦ ਵੀ ਕਰਦਾ ਸੀ, ਦਿਮਾਗ ਵਿੱਚ ਵਸਾ ਕੇ ਰੱਖਦਾ ਸੀ ਚੇਤੇ,
ਅਤੇ ਜੀਵ ਦੇ ਨਾਲ ਉਹ ਪ੍ਰਮਾਤਮਾ ਦੇ ਗੁਣ ਵੀ ਗਾਉਂਦਾ ਸੀ। ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਉ, ਤੇ ਨੇਤਰੀ ਸਤਿਗੁਰ ਪੇਖਣਾ। ਉਹ ਆਪਣੀਆਂ ਅੱਖਾਂ ਦੇ ਨਾਲ ਆਪਣੇ ਸਤਿਗੁਰ ਦੇ ਦੀਦਾਰ ਵੀ ਕਰਦਾ ਸੀ। ਸਰਵਣੀ ਸੁਨਣਾ ਗੁਰ ਨਾਉ, ਪਾਤਸ਼ਾਹ ਜੀ ਕਹਿੰਦੇ ਉਹ ਸਰਵਣਾ ਦੇ ਨਾਲ, ਕੰਨਾਂ ਦੇ ਨਾਲ ਆਪਣੇ ਮਾਲਕ ਦੀ ਗੱਲ ਸੁਣਦਾ ਵੀ ਸੀ। ਅੱਛਾ, ਜਿਹਦੇ ਵਿੱਚ ਇਹ ਗੁਣ ਆ ਜਾਣ, ਉਹ ਅੰਤਰਾਤਮੇ ਯਾਦ ਵੀ ਰੱਖਦਾ, ਜੀਭ ਨਾਲ ਬੋਲ ਵੀ ਰਿਹਾਗਾ, ਮਾਲਕ ਨੂੰ ਵੇਖ ਵੀ ਰਿਹਾਗਾ, ਮਾਲਕ ਦੀ ਗੱਲ ਸੁਣ ਵੀ ਰਿਹਾਗਾ। ਇਹਨੂੰ ਆਪਾਂ ਆਪਣੀ ਭਾਸ਼ਾ 'ਚ ਕੀ ਕਹਾਂਗੇ ਵੀ ਉਹ ਬੰਦਾ ਆਗਿਆਕਾਰੀ ਆ, ਉਹ ਬੰਦਾ ਸਿਆਣਾ ਗਾ। ਜਿਹਨੂੰ ਸਿਆਣੇ ਦਾ ਤੁਖੱਲਸ ਮਿਲ ਗਿਆ, ਉਹ ਤੇ ਵਾਹਿਗੁਰੂ ਦੀ ਨਿਗਾਹ ਹੋ ਗਈ। ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਫਿਰ ਪਾਤਸ਼ਾਹ ਜੀ ਅੱਗੇ ਲਿਖਦੇ ਨੇ, ਸਤਿਗੁਰ ਸੇਤੀ ਰਤਿਆ। ਉਹ ਫਿਰ ਆਪਣੇ ਸਤਿਗੁਰ ਦੇ ਵਿੱਚ ਰਚ ਮਿਚ ਜਾਂਦਾ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਫਿਰ ਪਾਤਸ਼ਾਹ ਜੀ ਕਹਿੰਦੇ ਫਿਰ ਜਿਨ੍ਹਾਂ ਨੂੰ ਆ ਜੀਵਨ ਵਿੱਚ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਵੇ, ਉਹ ਸੂਰਮੇ ਬਣ ਜਾਂਦੇ ਨੇ। ਜਿਹੜਾ ਅੰਤਰ ਆਤਮੇ ਮਾਲਕ ਦੇ ਨਾਲ ਪਤੀਜਿਆ ਗਿਆ, ਰੰਗਿਆ ਗਿਆ, ਉਹਦੇ ਤੇ ਵਾਹਿਗੁਰੂ ਦੀ ਨਿਗਾਹ ਹੋ ਜਾਂਦੀ ਹੈ, ਉਹਨਾਂ ਤੇ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ। ਨਿਗਾਹ ਨਿਗਾਹ ਦੇ ਵਿੱਚ ਬੜਾ ਫਰਕ ਹੁੰਦਾ। ਸਿਆਣੇ ਕਹਿੰਦੇ ਨੇ ਇੱਕ ਨਿਗਾਹ ਉਹ ਆ ਜਿਹੜੀ ਤਾਰ ਦਿੰਦੀ ਹੈ, ਇੱਕ ਨਿਗਾਹ ਉਹ ਆ ਜਿਹੜੀ ਮਾਰ ਦਿੰਦੀ ਆ, ਪਰ ਫਰਕ ਆ ਦੋਵਾਂ ਵਿੱਚ। ਜਿਹੜੀ ਤਾਰਦੀ ਆ ਉਹਨਾਂ ਦੀ ਕੰਡੀਸ਼ਨ ਆ ਹੁੰਦੀ ਆ। ਹੁਣ ਮੰਨ ਲਓ ਇੱਕ ਸੌਖੀ ਜੀ ਹੋਰ ਉਦਾਹਰਨ ਆ, ਇੱਕ ਸ਼ਿਕਾਰੀ ਨਾ ਸ਼ਿਕਾਰ ਕਰਨ ਜੰਗਲ ਦੇ ਵਿੱਚ ਚਲਾ ਗਿਆ। ਹੁਣ ਜੇ ਸ਼ਿਕਾਰੀ ਦੇ ਅੱਗੇ ਕਲੋਲਾਂ ਕਰੇ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿ ਦਈਏ ਰੰਗ ਢੰਗ ਜੇ ਕਰੇ, ਨਖਰੇ ਜੇ ਕਰੇ, ਜੇ ਇਦਾਂ ਦੀ ਕੰਡੀਸ਼ਨ ਹੋਵੇ ਨਾ, ਤੇ ਫਿਰ ਕੀ ਆ, ਸ਼ਿਕਾਰੀ ਨਾ ਚਾਹੁੰਦਿਆਂ ਹੋਇਆਂ ਵੀ ਉਹਦਾ ਸ਼ਿਕਾਰ ਕਰੂਗਾ ਹੀ ਕਰੂਗਾ। ਗੱਲ ਕਿੱਥੇ ਜਾ ਕੇ ਖੜ ਗਈ? ਗੱਲ ਇੱਥੇ ਰੁਕ ਗਈ ਵੀ ਸ਼ਿਕਾਰੀ ਨਾ ਚਾਹੁੰਦਿਆਂ ਹੋਇਆਂ, ਵੀ ਉਹ ਚਾਹੁੰਦਾ ਨਹੀਂ ਸੀ ਵੀ ਮੈਂ ਇਹਨੂੰ ਮਾਰਨਾ, ਮੈਨੂੰ ਖਤਮ ਕਰਨਾ, ਮੈਂ ਇਹਦਾ ਕਤਲ ਕਰਨਾਗਾ, ਉਹ ਚਾਹੁੰਦਾ ਨਹੀਂ ਸੀ, ਉਹਦਾ ਜੀ ਨਹੀਂ ਸੀ ਕਰਦਾ। ਉਹ ਕਹਿੰਦਾ ਛੱਡ, ਅੱਜ ਨਹੀਂ ਆਪਾਂ ਅਜਿਹਾ ਕੁਛ ਕਰਨਾਗਾ। ਪਰ ਜਦੋਂ ਸ਼ਿਕਾਰ ਉਹਦੇ ਅੱਗੇ ਕਲੋਲਾਂ ਕਰਨ ਲੱਗ ਗਿਆ ਤਾਂ ਉਹਦੀ ਮਜਬੂਰੀ ਬਣ ਗਈ। ਉਹ ਕਹਿੰਦਾ ਵੀ ਹੁਣ ਮੈਂ ਇਹ ਕੰਮ ਜ਼ਰੂਰ ਕਰਨਾ, ਕਿਹੜਾ? ਤੈਨੂੰ ਖਤਮ ਕਰਨ ਵਾਲਾ। ਦੂਜੀ ਉਦਾਹਰਨ, ਹੁਣ ਸ਼ਿਕਾਰੀ ਉਹੀ ਆ, ਜੰਗਲ ਵਿੱਚ ਗਿਆ ਗਾ, ਪਰ ਕੁਦਰਤੀ ਤੌਰ ਤੇ ਸ਼ਿਕਾਰ ਨੂੰ ਵੀ ਪਤਾ ਲੱਗ ਗਿਆ ਵੀ ਮੈਂ ਘੇਰੇ 'ਚ ਆ ਗਿਆ, ਵੀ ਮੈਂ ਹੁਣ ਫੜਿਆ ਗਿਆ ਤੇ ਮੈਂ ਬਖਸ਼ਿਆ ਨਹੀਂ ਜਾ ਸਕਦਾ। ਹੁਣ ਉਹ ਸ਼ਿਕਾਰ ਨੇ ਕੀ ਕੀਤਾ? ਆਪਣੇ ਵੱਲੋਂ ਉਹ ਐਕਸ਼ਨ ਕੀਤਾ ਵੀ ਉਹਨੇ ਨਾ ਸ਼ਿਕਾਰੀ ਅੱਗੇ ਆਪਣੇ ਰੰਗ ਵਿੱਚ, ਆਪਣੇ ਢੰਗ ਵਿੱਚ ਇੱਕ ਤਰਲਾ ਪਾਇਆ। ਇੱਕ ਤਰਲਾ ਪਾਇਆ ਨਾ, ਕਿਹੜਾ ਤਰਲਾ ਪਾਇਆ? ਉਹ ਨੀਵਾਂ ਹੋ ਗਿਆ, ਅੱਖਾਂ ਨਮ ਹੋ ਗਈਆਂ, ਅੱਖਾਂ ਵਿੱਚੋਂ ਹੰਝੂ ਵੀ ਗਿਰਨ ਲੱਗ ਗਏ। ਸ਼ਿਕਾਰੀ ਨੂੰ ਤਰਸ ਆ ਗਿਆ, ਉਹ ਕਹਿੰਦਾ ਜਾ। ਦੋ ਪੱਖ ਬਣ ਗਏ। ਇੱਕ ਥਾਂ ਤੇ ਸ਼ਿਕਾਰੀ ਦੀ ਮਜਬੂਰੀ ਬਣ ਗਈ ਜਦੋਂ ਸ਼ਿਕਾਰ ਕਲੋਲਾਂ ਕਰਦਾ, ਇੱਕ ਥਾਂ ਤੇ ਸ਼ਿਕਾਰ ਹੱਥ ਬੰਨ੍ਹ ਕੇ ਖੜ ਗਿਆ ਤੇ ਸ਼ਿਕਾਰੀ ਛੱਡਣ ਦੇ ਲਈ ਮਜਬੂਰ ਹੋ ਗਿਆ, ਕਹਿੰਦਾ ਜਾ। ਹੁਣ ਦੋਵਾਂ ਦੇ ਵਿੱਚੋਂ ਤਰਿਆ ਕੌਣ ਆ, ਮਰਿਆ ਕੌਣ ਆ? ਇਹੀ ਮਨੁੱਖ ਦਾ ਸੁਭਾਅ ਆ। ਇੱਕ ਤਾਂ ਉਹ ਆ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਰੰਗ ਢੰਗ ਕਰਦਾ ਗਾ, ਕਲੋਲਾਂ ਕਰਦਾ ਗਾ। ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਦੀ ਨਿਗਾਹ 'ਚ ਖਤਮ ਹੋ ਜਾਂਦਾ। ਇੱਕ ਉਹ ਆ ਜਿਹੜਾ ਦੋਏ ਕਰ ਜੋੜ ਕਰੂੰ ਅਰਦਾਸ, ਆ ਭਾਵਨਾ ਨਾਲ ਜ਼ਿੰਦਗੀ ਜਿਉਂਦਾ। ਫਿਰ ਜਿਹਨੇ ਹੱਥ ਬੰਨ੍ਹ ਲਏ, ਮਾਲਕ ਅੱਗੇ ਧੌਣ ਨੀਵੀਂ ਕਰ ਲਈ, ਅੱਖਾਂ ਨਮ ਹੋ ਗਈਆਂ, ਫਿਰ ਵਾਹਿਗੁਰੂ ਜੀ ਕਹਿੰਦੇ ਨਾ, ਕਹਿੰਦੇ ਉਹ ਉਸ ਮਾਲਕ ਪਰਮਾਤਮਾ ਦੀ ਨਿਗਾਹ ਦੇ ਵਿੱਚ ਵਡਿਆਈ ਦਾ ਪਾਤਰ ਬਣ ਜਾਂਦਾ, ਉਹ ਮਰਨ ਦੀ ਬਜਾਏ ਤਰ ਜਾਂਦਾ ਗਾ। ਹੁਣ ਇੱਥੋਂ ਸਾਨੂੰ ਸਿੱਖਿਆ ਕੀ ਮਿਲ ਗਈ? ਵੀ ਅਸੀਂ ਕੋਸ਼ਿਸ਼ ਕਰਨੀ ਆ ਉਹ ਮਾਲਕ ਪਰਮਾਤਮਾ ਅੱਗੇ ਕਿਸੇ ਤਰ੍ਹਾਂ ਦਾ ਕਲੋਲ ਨਹੀਂ ਕਰਨਾ। ਫਰੀਦ ਸਾਹਿਬ ਨੇ ਵੀ ਲਿਖਿਆ ਨਾ, ਫਰੀਦਾ ਦਰਿਆਵੈ ਕਰਨੈ ਬਗਲਾ ਬੈਠਾ ਕੇਲ ਕਰੇ।
ਫਰੀਦ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਦਰਿਆ ਚੱਲੀ ਜਾਂਦਾ, ਉਹਦੇ ਕਿਨਾਰੇ ਨਾ ਬੈਠਾ ਇੱਕ ਬਗਲਾ ਕਲੋਲਾਂ ਕਰੀ ਜਾਂਦਾ ਹੈਗਾ। ਬੈਠਾ ਕੇਲ ਕਰੇ, ਕੇਲ ਕਰੇ ਦੇ ਹੰਝ ਨੂੰ ਅਚਿੰਤੇ ਬਾਜ ਪਏ। ਹੁਣ ਬਾਜ ਅਚਿੰਤੇ ਆ ਕੇ ਚੁੰਬੜ ਗਏ, ਪੈ ਗਏ ਮੌਤ ਰੂਪੀ ਬਾਜ। ਪਰ ਉਹ ਕੌਣ ਆ ਜੀਵ ਜਿਹੜਾ ਦਰਿਆ ਦੇ ਕੰਢੇ ਤੇ ਬੈਠਾ ਕਲੋਲਾਂ ਕਰਦਾ? ਉਹ ਅਸੀਂ ਆ। ਰੱਬ ਨੂੰ ਭੁੱਲ ਗਿਆ ਬੰਦਾ, ਬਦਮਾਸ਼ੀਆਂ ਵਿੱਚ ਪੈ ਗਿਆ। ਰੱਬ ਨੂੰ ਭੁੱਲ ਗਿਆ ਬੰਦਾ, ਰੰਗ ਢੰਗਾਂ ਵਿੱਚ ਪੈ ਗਿਆ। ਰੱਬ ਨੂੰ ਭੁੱਲ ਗਿਆ ਬੰਦਾ ਤੇ ਆਪਣੇ ਵੱਲੋਂ ਗਲਤ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਗਲਤ ਜ਼ਿੰਦਗੀ ਨੂੰ ਕਲੋਲ ਕਿਹਾ ਜਾਂਦਾ, ਕਲੋਲਾਂ ਕਰਦਾ ਬੰਦਾ। ਤੇ ਕਲੋਲਾਂ ਕਰਨ ਵਾਲਾ ਸ਼ਿਕਾਰ ਕਦੇ ਸ਼ਿਕਾਰੀ ਦੇ ਹੱਥੋਂ ਬਚ ਨਹੀਂ ਸਕਦਾ। ਬਸ ਇਹਨੂੰ ਆਪਾਂ ਆਪਣੀ ਜੀਵਨ ਵਿੱਚ ਵਰਤਣਾ ਵੀ ਅਸੀਂ ਗੁਰੂ ਪਰਮਾਤਮਾ ਅੱਗੇ ਹੱਥ ਜੋੜ ਨਿਮਰਤਾ ਸਹਿਤ ਜ਼ਿੰਦਗੀ ਜਿਉਂਦੇ ਹਾਂ ਜਾਂ ਕਲੋਲਾਂ ਕਰਦੇ ਹਾਂ। ਉਹ ਮਰਜ਼ੀ ਸਾਡੀ ਆ ਕਿਹੋ ਜਿਹਾ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਵਿਵਹਾਰ ਕਰਨਾ ਹੈ, ਕਿਹੋ ਜਿਹਾ ਅਸੀਂ ਆਪਣੇ ਆਪ ਨਾਲ ਵਰਤਾਓ ਕਰਨਾ ਹੈ, ਕਿਹੋ ਜਿਹਾ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਆਪ ਕੁਝ ਕਾਰਜ ਸਵਾਰਨ ਵਾਲੇ ਜਾਂ ਵਿਗਾੜਨ ਵਾਲੇ ਨਿਯਮ ਅਪਣਾਉਣੇ ਨੇ। ਕੋਸ਼ਿਸ਼ ਕਰੀਏ ਵੀ ਮਾਲਕਾ ਸਾਡੀ ਜ਼ਿੰਦਗੀ ਤਰ ਹੀ ਜਾਵੇ। ਅੱਗੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਕਹਿੰਦੇ ਸੋ ਬੁਝੈ ਜਿਸ ਆਪ ਬੁਝਾਏ। ਕਹਿੰਦੇ ਉਹੀ ਮਨੁੱਖ ਬੁਝਦਾ ਜਿਹੜੇ ਤੇ ਮਾਲਕ ਦੀ ਕਿਰਪਾ ਹੁੰਦੀ ਆ, ਉਹੀ ਇਸ ਗੱਲ ਨੂੰ ਕੈਚ ਕਰਦਾਗਾ, ਇਸ ਗੱਲ ਨੂੰ ਸਮਝਦਾਗਾ। ਹਰੇਕ ਦੇ ਸਮਝਣ ਦਾ ਵਸ ਨਹੀਂ ਹੈ। ਤੀਨ ਸਮਾਵੈ ਚੌਥੈ ਬਾਸਾ, ਪਰਣਵਤ ਨਾਨਕ ਹਮ ਤਾਂ ਕੇ ਦਾਸਾ। ਉਹ ਤਿੰਨਾਂ ਦਾਸਾਂ ਦੇ ਵਿੱਚ ਵਾਹਿਗੁਰੂ, ਤਿੰਨਾਂ ਭਵਨਾਂ ਦੇ ਵਿੱਚ ਪਰਮਾਤਮਾ ਆਪ ਹੈ। ਤਿੰਨ ਭਵਨ ਛੱਡੋ, ਸਭ ਥਾਈਂ ਹੈ। ਜ਼ਰੇ ਜ਼ਰੇ ਦੇ ਵਿੱਚ ਹੈ, ਹਰ ਥਾਈਂ ਹੈ। ਪਰ ਉਹ ਪਰਮਾਤਮਾ ਦੇ ਅਸੀਂ ਦਾਸ ਬਣ ਕੇ ਜ਼ਿੰਦਗੀ ਜਿਉਣੀ ਆ। ਮੰਨ ਲਵੋ ਵੀ ਅਸੀਂ ਉਹ ਪਰਮਾਤਮਾ ਦੇ ਦਾਸ ਬਣਨਾ। ਗੁਰੂ ਸਾਹਿਬ ਕਹਿੰਦੇ ਉਹਦੇ ਆਪਾਂ ਸੇਵਕ ਬਣਨਾ, ਉਹਦੇ ਆਪਾਂ ਚੇਲੇ ਬਣਨਾਗਾ। ਤੇ ਤਿੰਨੇ ਭਵਨਾਂ ਦੇ ਵਿੱਚ ਜਰੇ ਜਰੇ ਦੇ ਵਿੱਚ ਉਹ ਸਮਾਇਆ ਹੋਇਆ। ਇੱਥੇ ਹੁਣ ਗੱਲ ਕੀਤੀ ਹੈ ਵੀ ਅਸੀਂ ਉਹਦੇ ਦਾਸ ਬਣਨਾ। ਇਹਨੂੰ ਇਹ ਕਹਿ ਸਕਦੇ ਆ ਵੀ ਸਾਡੇ ਜੀਵਨ ਦੇ ਵਿੱਚ ਸਾਡੀ ਮਰਜ਼ੀ ਦੇ ਮੁਤਾਬਕ, ਸਾਡੀ ਹਿੰਡ ਦੇ ਮੁਤਾਬਕ, ਸਾਡੇ ਅੱਗੇ, ਸਾਡੇ ਕੋਲ, ਸਾਡੇ ਅੱਗੇ ਪਿੱਛੇ ਕਿਸੇ ਵੀ ਤਾਕਤ ਨੇ ਕੰਮ ਨਹੀਂ ਕਰਨਾ। ਇਹ ਸੱਚਾਈ ਆ। ਇਸ ਗੱਲ ਨੂੰ ਬੰਦਾ ਬੁੱਝੇ ਭਾਵੇਂ ਨਾ ਬੁੱਝੇ, ਸਮਝੇ ਭਾਵੇਂ ਨਾ ਸਮਝੇ, ਸਾਡੀਆਂ ਕੋਈ ਤਾਕਤਾਂ ਕੰਮ ਨਹੀਂ ਕਰਦੀਆਂ ਰੱਬ ਦੀ ਤਾਕਤ ਦੇ ਅੱਗੇ। ਪਰ ਪਾਤਸ਼ਾਹ ਜੀ ਕਹਿੰਦੇ ਇੱਕ ਗੱਲ ਜ਼ਰੂਰ ਆ, ਜਦੋਂ ਮਨੁੱਖ ਉਹ ਪਰਮਾਤਮਾ ਦੇ ਅਧੀਨ ਜ਼ਿੰਦਗੀ ਜਿਉਂਦਾ, ਫਿਰ ਜ਼ਿੰਮੇਵਾਰੀ ਉਹ ਪਰਮਾਤਮਾ ਦੀ ਹੁੰਦੀ ਹੈ। ਜਦੋਂ ਬੰਦਾ ਮਾਲਕ ਤੋਂ ਰਹਿਤ ਜ਼ਿੰਦਗੀ ਜਿਉਂਦਾ ਨਾ, ਉਦੋਂ ਉਹ ਬੇਜ਼ੁੰਮੇਵਾਰੀ ਤੇ ਜ਼ਿੰਦਗੀ ਜਿਉਂਦਾਗਾ। ਤੇ ਜਿਨ੍ਹਾਂ ਤੇ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀਗੀ, ਅਕਸਰ ਉਹ ਰੁਲ ਜਾਂਦੇ ਨੇ। ਰੱਬ ਪਰਮਾਤਮਾ ਗੁਰੂ ਇੱਕ ਮਾਲਕ ਆ। ਅਸੀਂ ਉਹ ਮਾਲਕ ਪਰਮਾਤਮਾ ਦੇ ਜੀਵ ਆ ਤੇ ਅਸੀਂ ਉਹ ਮਾਲਕ ਪਰਮਾਤਮਾ ਦੀ ਨਿਗਾਹ ਦੇ ਵਿੱਚ, ਉਹਦੀ ਮੌਜੂਦਗੀ ਦੇ ਵਿੱਚ, ਉਹਦੀ ਜ਼ਿੰਮੇਵਾਰੀ ਦੇ ਵਿੱਚ ਆਪਣੀ ਜ਼ਿੰਦਗੀ ਜਿਉਣੀ ਆ। ਉਦਾਹਰਨ ਮੰਨ ਲਓ ਵੀ ਇੱਕ ਮੇਲੇ ਦੇ ਵਿੱਚ ਨਾ ਬੱਚੇ ਨੂੰ ਗੁਆਂਢੀ ਨੇ ਆਪਣੇ ਗੁਆਂਢੀ ਦੇ ਨਾਲ ਤੋਰਨਾ। ਕੀ ਕਿਹਾ? ਲੈ ਭਾਈ ਇਕੱਠ ਬਹੁਤ ਹੋਊਗਾ ਤੇ ਬੱਚਾ ਜਾਂਦਾ ਤਾਂ ਹੈਗਾਗਾ, ਇਸ ਬੱਚੇ ਤੇ ਜ਼ਿੰਮੇਵਾਰੀ ਤੇਰੀ ਆ। ਜੇ ਕੋਈ ਗੱਲਬਾਤ ਹੋ ਗਈ ਅਸੀਂ ਤੈਨੂੰ ਪੁੱਛਾਂਗੇ। ਹੁਣ ਜਿਹੜੇ ਗਵਾਂਢੀ ਨੂੰ ਬੱਚੇ ਦੀ ਉਂਗਲ ਫੜਾਈ ਆ, ਤੇ ਸਚਾਈ ਇਹ ਆ ਵੀ ਉਹ ਗਵਾਂਢੀ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਆ। ਉਹ ਵੀ ਫਿਕਰ ਚ ਆ। ਉਹ ਕਹਿੰਦਾ ਮੇਰਾ ਭਾਵੇਂ ਕੰਮ ਰਹਿ ਜੇ, ਮੇਰੇ ਗਵਾਂਢੀਆਂ ਨੇ ਨਿਆਣੇ ਨੂੰ ਨਾਲ ਤੋਰਿਆ, ਕਿਤੇ ਉਹ ਨਿਆਣਾ ਰੁਲ ਨਾ ਜਾਵੇ, ਕਿਤੇ ਨਿਆਣਾ ਨਾ ਮੈਥੋਂ ਉਂਗਲ ਛਡਾ ਕੇ ਕਿਸੇ ਪਾਸੇ ਨਾ ਨਿਕਲ ਜਾਵੇ। ਉਹਨੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਿਭਾਈ। ਨੰਬਰ 2, ਜੇ ਬਗੈਰ ਜ਼ਿੰਮੇਵਾਰੀ ਤੋਂ ਬੱਚਾ ਗਿਆ ਨਾ ਇਕੱਠ ਦੇ ਵਿੱਚ, ਮੇਲੇ ਦੇ ਵਿੱਚ, ਤਾਂ ਆਪਾਂ ਬੜੇ ਕੇਸ ਵੇਖੇ ਨੇ, ਬੱਚੇ ਰੁਲ ਜਾਂਦੇ ਨੇ।
ਸਾਲਾਂ ਬੱਧੀ ਬੱਚੇ ਮਿਲਦੇ ਨਹੀਂ, ਉਮਰਾਂ ਬੀਤੀ ਜਾਂਦੀਆਂ ਨੇ, ਮਾਪੇ ਉਡੀਕਦੇ ਰਹਿੰਦੇ ਨੇ, ਬੱਚਾ ਕਿਉਂ ਨਹੀਂ ਆਇਆ, ਕਿੱਧਰ ਗਿਆ, ਕੀ ਗੱਲ ਆ, ਕੀ ਬਾਤ। ਇੱਕ ਨਹੀਂ ਬੜੇ ਕੇਸ ਨੇਗੇ। ਜਿਹੜੇ ਰੁਲੇ ਨੇ ਉਹਨਾਂ ਤੇ ਜ਼ਿੰਮੇਵਾਰੀ ਕਿਸੇ ਦੀ ਨਹੀਂ ਸੀ, ਜਿਹੜੇ ਘਰ ਵਾਪਸ ਪਰਤ ਆਏ ਉਹਨਾਂ ਤੇ ਕਿਸੇ ਦੀ ਜ਼ਿੰਮੇਵਾਰੀ ਸੀ। ਜਿਹੜੇ ਪਸ਼ੂਆਂ ਤੇ ਕਿਸੇ ਮਾਲਕ ਦੀ ਜ਼ਿੰਮੇਵਾਰੀ ਆ ਨਾ, ਉਹਨਾਂ ਦੇ ਗਲ 'ਚ ਪਟਾਗਾ, ਉਹ ਆਪਣੇ ਮਾਲਕ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਸੁਰਖਰੂ ਜ਼ਿੰਦਗੀ ਜਿਉਂਦੇ ਨੇ। ਤੇ ਜਿਹੜੇ ਵਿਚਾਰੇ ਪਸ਼ੂ ਬੇਮਾਲਕੇ ਨੇ, ਤੇ ਉਹ ਤੁਹਾਡੀਆਂ ਸਾਰਿਆਂ ਦੀਆਂ ਆਪਾਂ ਨੂੰ ਪਤਾ ਵੀ ਅੱਖਾਂ ਰੋਜ਼ ਵੇਖਦੀਆਂ ਨੇ, ਤੇ ਉਹਨਾਂ ਵਿਚਾਰਿਆਂ ਦੀ ਜ਼ਿੰਦਗੀ ਕਿਹੋ ਜਿਹੀ ਆ, ਜਿਨ੍ਹਾਂ ਤੇ ਕਿਸੇ ਦੀ ਮਾਲਕੀ ਹੈ ਹੀ ਨਹੀਂ। ਬਸ ਗੱਲ ਇੰਨੀ ਕਾ ਵੀ ਅਸੀਂ ਆਪਣੇ ਗੁਰੂ ਨੂੰ, ਆਪਣੇ ਸੱਚੇ ਪਾਤਸ਼ਾਹ ਨੂੰ, ਦਾਤਾ ਜੀ ਨੂੰ ਆਪਣੇ ਮਾਲਕ ਬਣਾਉਣਾ। ਅਸੀਂ ਉਸ ਮਾਲਕ ਦੀ ਮੌਜੂਦਗੀ ਦੇ ਵਿੱਚ, ਉਹ ਮਾਲਕ ਦੀ ਨਿਗਾਹ ਹੇਠ ਜ਼ਿੰਦਗੀ ਜਿਉਣ ਦਾ ਪ੍ਰਣ ਕਰਨਾ, ਤਾਂ ਜ਼ਿੰਦਗੀ ਸੁਰਖਰੂ ਆ। ਜੇ ਮਾਲਕ ਨਾਲੋਂ ਆਪਣੀ ਉਂਗਲ ਛਡਵਾ ਲਈ, ਆਪਣਾ ਪੱਲਾ ਛਡਵਾ ਲਿਆ, ਤੇ ਫਿਰ ਚੇਤਾ ਰੱਖਿਓ ਜਿਵੇਂ ਅਵਾਰਾ ਪਸ਼ੂ ਰੁਲ ਜਾਂਦੇ ਨੇ, ਤੇ ਉਹ ਬੱਚੇ ਰੁਲ ਜਾਂਦੇ ਨੇ ਜਿਨ੍ਹਾਂ ਨੇ ਕਿਸੇ ਦੇ ਹੱਥ ਦੀ ਉਂਗਲ ਛੱਡ ਦਿੱਤੀ, ਤੇ ਉਹੋ ਜਿਹਾ ਹਾਲ ਸਾਡਾ ਹੋਵੇਗਾ। ਅਸੀਂ ਵੀ ਫਿਰ ਆਹ ਦੁਨੀਆ ਦੇ ਵਿੱਚ ਭਾਈ ਰੁਲ ਜਾਵਾਂਗੇ, ਸਾਡਾ ਫਿਰ ਕੋਈ ਬਾਲੀ ਵਾਰਸ ਨਹੀਂ ਹੋਵੇਗਾ। ਤਾਈਓ ਗੁਰੂ ਨਾਨਕ ਸਾਹਿਬ ਨੇ ਕਿਹਾਗਾ, ਤੀਨ ਸਮਾਵੈ ਚੌਥੈ ਵਾਸਾ, ਪ੍ਰਣਵਤ ਨਾਨਕ। ਪ੍ਰਣਵਤ ਦਾ ਅਰਥ ਹੁੰਦਾ ਬੇਨਤੀ ਕਰਨੀ, ਪ੍ਰਣਵਤ ਨਾਨਕ ਹਮ ਤਾਂ ਕੇ ਦਾਸਾ। ਅਸੀਂ ਉਹ ਮਾਲਕ ਪ੍ਰਮਾਤਮਾ ਦੇ ਦਾਸ ਹਾਂ, ਤੇ ਦਾਸ ਬਣ ਕੇ ਜ਼ਿੰਦਗੀ ਜਿਉਵਾਂਗੇ। ਅੱਗੇ ਪੰਚਮੀ ਪੰਚ ਭੂਤ ਬੇਤਾਲਾ। ਪੰਚਮੀ ਪੰਜ ਤੱਤਾਂ ਦਾ ਬਣਿਆ ਹੋਇਆ ਪੂਰੇ ਦਾ ਪੂਰਾ ਇਹ ਸਰੀਰ, ਜਾਂ ਪੂਰੇ ਦਾ ਪੂਰਾ ਢਾਂਚਾ। ਪੰਚਮੀ ਪੰਚ ਭੂਤ ਬੇਤਾਲਾ। ਪਾਤਸ਼ਾਹ ਜੀ ਕਹਿੰਦੇ ਸਰਬ ਵਿਆਪਕ ਪੁਰਖ ਪਰਮਾਤਮਾ ਨੇ ਨਾ ਸਾਨੂੰ ਪੰਜ ਤੱਤਾਂ ਦਾ ਤਿਆਰ ਕਰ ਦਿੱਤਾ। ਛੇਵਾਂ ਤੱਤ ਸਾਡੇ ਵਿੱਚ ਐਡ ਨਹੀਂ ਕੀਤਾ, ਨਾ 4 ਨਾ 6। ਉਹਨੇ ਬੜੀ ਤਰਤੀਬ ਦੇ ਨਾਲ ਕੰਮ ਕੀਤਾ ਗਾ। ਉਹ ਪਰਮਾਤਮਾ ਨੇ ਨਾ ਬੜੀ ਸੋਚ ਸਮਝ ਕੇ, ਬੜੀ ਚੰਗੀ ਕਹਿ ਦੋ ਆਪਾਂ ਵੀ, ਸਿਆਣੀ ਮੱਤ ਦੇ ਨਾਲ ਕੰਮ ਕੀਤਾ ਗਾ। ਨਾ ਤਾਂ 6 ਤੱਤ ਹੋ ਸਕੇ ਨੇ, ਕੋਈ ਦੁਨੀਆ ਦੇ ਵਿੱਚ ਵਿਗਿਆਨੀ ਆ ਅਜਿਹਾ, ਕੋਈ ਡਾਕਟਰ, ਕੋਈ ਮਾਹਰ ਬੰਦਾ ਜਿਹਨੇ 6 ਤੱਤ ਲਾਤੇ ਹੋਣ, ਤੇ ਨਾ ਹੀ ਕੋਈ ਅਜਿਹਾ ਗਾ ਜਿਹਨੇ ਇੱਕ ਘਟਾਤਾ ਹੋਵੇ। ਪੰਜ ਤੱਤ ਨੇਗੇ। ਪਾਤਸ਼ਾਹ ਨੇ ਬਾਣੀ ਵਿੱਚ ਹੀ ਬੜੇ ਹਵਾਲੇ ਦਿੱਤੇ ਨੇ ਵੀ ਛੇਵਾਂ ਕੋਈ ਕਿਸੇ ਨੇ ਅੱਜ ਤੱਕ ਪਾਇਆ ਨਹੀਂ, ਨਾ ਕਿਸੇ ਕੋਲੇ ਸਮਰੱਥਾ ਹੈ। ਬੰਦਾ ਭਾਵੇਂ ਆਪਣੇ ਦਿਮਾਗ ਕਰਕੇ, ਆਪਣੇ ਜ਼ਿੰਦਗੀ ਦੇ ਤਜਰਬਿਆਂ ਕਰਕੇ ਚੰਦਰਮੇ ਤੇ ਚੜ ਗਿਆ, ਤੇ ਪਰ ਚੇਤਾ ਰੱਖਿਓ, ਬੰਦਾ ਭਾਵੇਂ ਚੰਦਰਮੇ ਤੇ ਵਗ ਗਿਆ, ਇਹਨੂੰ ਇਹ ਨਾ ਮੰਨੋ ਵੀ ਬਹੁਤ ਵੱਡੀ ਬੰਦੇ ਦੀ ਪ੍ਰਾਪਤੀ ਆ, ਨਹੀਂ। ਪਰ ਬਹੁਤ ਉਹ ਕੰਮ ਨੇ ਜਿਹੜੇ ਬੰਦੇ ਦੇ ਦਿਮਾਗ ਤੋਂ ਅਧੂਰੇ ਨੇ, ਜਿਨ੍ਹਾਂ ਨੂੰ ਸਮਝ ਨਹੀਂ ਸਕਦਾ ਵੀ 5 ਤੋਂ 6 ਕਿਉਂ ਨਹੀਂ ਕਰ ਸਕਿਆ ਮੈਂ, ਤੇ 5 ਤੋਂ 4 ਮੈਂ ਕਿਉਂ ਨਹੀਂ ਕਰ ਸਕਿਆਗਾ। ਬੜੇ ਇੱਕ ਨਹੀਂ ਬੜੇ ਕੰਮ ਅਧੂਰੇ ਨੇਗੇ। ਸਵਾਸ ਅਜੇ ਤੱਕ ਬੰਦੇ ਨੇ ਆਪਣੇ ਵੱਲੋਂ ਤਿਆਰ ਨਹੀਂ ਕੀਤੇ ਵੀ ਬੰਦਾ ਮਰ ਗਿਆ ਤੇ ਲੈ ਮੈਂ ਹੁਣ 2 ਸਾਲਾਂ ਵਾਸਤੇ, 4 ਸਾਲਾਂ ਵਾਸਤੇ ਸਵਾਸ ਬਣਾ ਦਿੱਤੇ ਡੁਪਲੀਕੇਟ, ਤੇ ਮੈਂ ਇਹ ਦੇ ਦਿੰਦਾ ਬੰਦੇ ਨੂੰ। ਨਹੀਂ, ਅਜੇ ਇਹ ਕੰਮ ਵੀ ਅਧੂਰਾ, ਅਜੇ ਵੀ ਅਧੂਰਾ ਨਾ ਇਹ ਕਾਰਜ। ਵਾਹਿਗੁਰੂ ਭਲਾ ਕਰੇ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੰਜ ਭੂਤ ਬੇਤਾਲਾ, ਕਹਿੰਦੇ ਉਹ ਪਰਮਾਤਮਾ ਨੇ ਨਾ 5 ਤੱਤਾਂ ਦਾ ਸਰੀਰ ਬਣਾਇਆ। ਪਰ ਕਮਾਲ ਇਹ ਆ, ਕੁਦਰਤੀ ਗੱਲ ਆ, ਜਿਹੜਾ ਜੀਵ ਜਿਹੋ ਜਿਹਾ ਬਣਾਇਆ ਤੇ ਉਹ ਉਹੋ ਜਿਹੇ ਆਪਣੇ ਬੱਚੇ ਪੈਦਾ ਕਰਦਾ। ਜਿਹੋ ਜਿਹਾ ਜੀਵ ਨੂੰ ਪਰਮਾਤਮਾ ਨੇ ਰੰਗ ਰੂਪ ਦਿੱਤਾ। ਇਹ ਦੁਨੀਆ ਦਾ ਇੱਕ ਨਿਯਮ ਆ, ਦੁਨੀਆ ਦਾ ਇੱਕ ਕਾਨੂੰਨ ਆ, ਸਿਧਾਂਤ ਆ। ਜਿਹੋ ਜਿਹਾ ਬੰਦਾ, ਜੀਵ, ਕੋਈ ਕਿਸੇ ਤਰ੍ਹਾਂ ਦਾ ਜਾਨਵਰ ਹੈ, ਉਹ ਉਹੋ ਜਿਹੇ ਹੀ ਆਪਣੇ ਨਿਆਣੇ, ਆਪਣੇ ਬੱਚੇ ਪੈਦਾ ਕਰਦਾ। ਪਰ ਰੱਬ, ਉਹ ਅਕਾਲ ਪੁਰਖ ਵਾਹਿਗੁਰੂ ਜਿਹਦੀ ਗੱਲ ਚੱਲ ਰਹੀ ਆ ਵੀ ਉਹ ਬਹੁਤ ਵੱਡਾ, ਉਹਦੇ ਵਰਗਾ ਕੋਈ ਹੈ ਹੀ ਨਹੀਂਗਾ। ਉਹ ਪਰਮਾਤਮਾ ਆਪ 5 ਤੱਤਾਂ ਤੋਂ ਰਹਿਤ ਹੈ, ਉਹ 5 ਤੱਤਾਂ ਚ ਨਹੀਂ ਹੈ।
ਉਹਨੇ ਹਰ ਜੀਵ ਨੂੰ ਪੰਜ ਤੱਤਾਂ ਦਾ ਬਣਾਇਆਗਾ, ਪਰ ਉਹ ਪੰਜੇ ਤੱਤਾਂ ਤੋਂ ਰਹਿਤ ਹੈ। ਹਰ ਜੀਵ ਵਾਸਤੇ ਪ੍ਰਮਾਤਮਾ ਨੇ ਮਾਇਆ ਬਣਾਈ ਆ। ਹਰ ਜੀਵ ਮਾਇਆ ਦੇ ਵਿੱਚ ਗਲਤਾਨ ਹੈ। ਮਾਇਆ ਕਿਹੜੀ ਪੈਸੇ ਦੀ ਗੱਲ ਨਹੀਂ, ਪਰ ਇੱਥੇ ਮਾਇਆ ਵਾਧੂ ਦੇ ਫੋਕਟ ਰਸ। ਰੱਬ ਨੇ ਜਿੱਥੇ ਸਾਡਾ ਸਰੀਰ ਬਣਾਇਆ ਨਾ, ਨਮੂਨਾ ਬਣਾਇਆ, ਉੱਥੇ ਸਾਨੂੰ ਨਾਲ ਨਾ ਬੜੀਆਂ ਮਿੱਠੀਆਂ ਮਿੱਠੀਆਂ ਗੋਲੀਆਂ ਵੀ ਦਿੱਤੀਆਂ ਨੇ, ਫੋਕਟ ਰਸ ਵੀ ਦਿੱਤੇ ਨੇ। ਪਰ ਵਾਹਿਗੁਰੂ ਭਲਾ ਕਰੇ, ਬੰਦਾ ਬਹੁਤ ਜ਼ਿਆਦਾ ਫੋਕਟ ਰਸਾਂ ਦੇ ਵਿੱਚ ਲੱਗ ਗਿਆ। ਇਹਨੂੰ ਕਿਹਾ ਜਾਂਦਾ ਬੰਦਾ ਮਾਇਆ ਦੇ ਵਿੱਚ ਗਲਤਾਨ ਹੋ ਗਿਆ। ਫੋਕਟ ਰਸਾਂ ਦੇ ਵਿੱਚ ਗਲਤਾਨ ਹੋਣਾ, ਮਾਇਆ ਵਿੱਚ ਗਲਤਾਨ ਹੋਣਾ। ਇਹ ਮਾਇਆ, ਇਹ ਫੋਕਟ ਰਸ ਉਹ ਨੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਉਂ ਵੀ ਲਿਖਿਆ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜੱਗ ਖਾਇਆ ਕਿਹਾਗਾ। ਜਿਹੜੀ ਇਹ ਮਾਇਆ ਨਾ, ਫੋਕਟ ਰਸ ਨੇ, ਇਹ ਰਸਾਂ ਨੂੰ ਦੰਦ ਕੋਈ ਵੀ ਨਹੀਂ ਲੱਗਿਆਗਾ। ਇਹ ਬਿਨਾਂ ਦੰਦਾਂ ਤੋਂ ਪੂਰੇ ਸੰਸਾਰ ਨੂੰ ਗਲਸ ਰਹੀ ਆ, ਕੋਈ ਬਿਰਲਾ ਬਚ ਗਿਆ। ਪਰ ਕਹਿੰਦੇ ਰੱਬ ਨੇ ਕਮਾਲ ਕਰਤੀ, ਇੰਨਾ ਕੁਛ ਬਣਾਤਾ, ਪਰ ਆਪ ਉਹ ਸਭ ਕਾਸੇ ਤੋਂ ਨਿਰਲੇਪ ਆ, ਆਪ ਉਹ ਇਹਨਾਂ ਚੀਜ਼ਾਂ ਤੋਂ ਪਾਸੇ ਆ। ਪਰ ਵਾਹਿਗੁਰੂ ਭਲਾ ਕਰੇ, ਜਿਹੜਾ ਵੀ ਵਿਅਕਤੀ ਕੋਈ ਵੀ ਕਿਸੇ ਤਰ੍ਹਾਂ ਦੀ ਐਟਮ ਤਿਆਰ ਕਰਦਾ ਨਾ, ਉਹ ਪਹਿਲਾਂ ਆਪ ਵਰਤ ਕੇ ਵੇਖਦਾ ਹੁੰਦਾ ਵੀ ਮੈਂ ਵਰਤ ਕੇ ਵੇਖਾਂ, ਨਹੀਂ, ਪਰ ਉਹ ਪਰਮਾਤਮਾ ਵਾਹਿਗੁਰੂ ਭਲਾ ਕਰੇ ਆਪ ਨਿਰਲੇਪ ਹੈ। ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ, ਅਗਮ ਆਪ ਅਗੋਚਰ ਪੁਰਖ ਨਿਰਾਲਾ, ਵੀ ਉਹ ਭਾਈ ਪਾਸੇ ਆ। ਪੁਰਖ ਨਿਰਾਲਾ, ਉਹ ਤਾਂ ਨਿਰਲੇਪ ਹੈ। ਇੱਕ ਭਰਮ ਭੂਖੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ। ਕਹਿੰਦੇ ਫਿਰ ਬਹੁਤੇ ਜੀਵਾਂ ਨੂੰ ਇੱਕ ਕੰਮ ਕਰਦਾ, ਕਹਿੰਦੇ ਉਹ ਆਪਦੇ ਵਰਗਾ ਸੁਭਾਅ ਦੇ ਦਿੰਦਾ ਗਾ। ਆਪਦੇ ਵਰਗਾ ਸੁਭਾਅ ਮਤਲਬ ਕਿਵੇਂ ਦਿੰਦਾ ਹੈ? ਕਹਿੰਦੇ ਇੱਕ ਤਾਂ ਭਰਮ ਭਟਕਣਾ ਦੇ ਵਿੱਚ ਵਿਚਾਰੇ ਕੁਰਸਾਂ ਦੇ ਵਿੱਚ ਫਸੇ ਹੋਏ ਨੇ, ਭੁੱਖੇ ਅੰਦਰੋਂ ਵਿਚਾਰੇ ਸਾਰਾ ਦਿਨ ਭੁੱਖੂ ਕਰਦੇ ਰਹਿੰਦੇ ਨੇ। ਕੋਈ ਕਾਮ ਵਾਸ਼ਨਾ ਦੇ ਪ੍ਰਤੀ, ਕੋਈ ਕ੍ਰੋਧ, ਕੋਈ ਲੋਭ, ਕੋਈ ਮੋਹ, ਕੋਈ ਹੰਕਾਰ, ਅਲੱਗ-ਅਲੱਗ ਰਸ ਨੇਗੇ। ਕਿਸੇ ਦਾ ਕਿਸੇ ਰਸ ਦੇ ਵਿੱਚ ਮਨ ਜੁੜਿਆ ਹੋਇਆ, ਕਿਸੇ ਦਾ ਕਿਸੇ ਰਸ ਵਿੱਚ ਜੁੜਿਆ ਹੋਇਆ ਹੈਗਾ। ਪਰ ਕਹਿੰਦੇ ਬਹੁਤੇ ਜੀਵ ਨੇ, ਉਹਨਾਂ ਦੀ ਬਹੁਤ ਗਿਣਤੀ ਆ, ਕਿਹੜੇ ਜੀਵ ਨਾ ਬਚ ਜਾਂਦੇ ਨੇਗੇ। ਜਿਹੜੇ ਬਚਦੇ ਨੇ ਉਹ ਕਿਉਂ ਬਚਦੇ ਨੇ ਤੇ ਕਿਵੇਂ ਬਚਦੇ ਨੇ? ਜਿਵੇਂ ਆਪਾਂ ਪਹਿਲਾਂ ਉਦਾਹਰਨ ਲੈਤੀ ਸੀ ਵੀ ਜਿਹੜੇ ਬੱਚੇ ਨੇ ਮਾਂ ਪਿਓ ਨੇ ਉਂਗਲ ਫੜਾਈ ਸੀ ਗੁਆਂਢੀ ਦੀ ਜ਼ਿੰਮੇਵਾਰੀ ਦੇ ਕੇ, ਤੇ ਉਂਗਲ ਛੱਡੀ ਵੀ ਨਹੀਂ ਤੇ ਉਂਗਲ ਛਡਵਾਈ ਨਹੀਂ, ਉਹ ਇਕੱਠ ਵਿੱਚ ਰੁਲਣ ਤੋਂ ਬਚ ਗਿਆ। ਇੱਕ ਉਹ ਆ ਜਿਹੜਾ ਵਿਚਾਰਾ ਨਾ ਗੁਆਂਢੀ ਨੂੰ, ਜਿਹਨੂੰ ਉਂਗਲ ਫੜਾਈ ਸੀ, ਉਹਦੀ ਉਂਗਲ ਛੱਡ ਵੀ ਗਿਆ ਤੇ ਗੁਆਂਢੀ ਨੇ ਛੱਡ ਵੀ ਦਿੱਤੀ, ਫਿਕਰ ਉਹਨੇ ਵੀ ਨਹੀਂ ਕੀਤਾਗਾ, ਤੇ ਉਹ ਮੇਲੇ 'ਚ ਰੁਲ ਗਿਆ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਬਹੁਤੇ ਉਹ ਨੇ ਜਿਹੜੇ ਨਾ ਕੁਰਸਾਂ ਤੋਂ ਬਚ ਜਾਂਦੇ ਨੇ, ਫੋਕਟ ਰਸਾਂ ਤੋਂ, ਵਿਕਾਰਾਂ ਤੋਂ, ਮਾਇਆ ਤੋਂ ਬਚ ਜਾਂਦੇ ਨੇ। ਜਿਹੜੇ ਬਚਦੇ ਨੇ ਉਹ ਕੌਣ ਨੇ? ਫਿਰ ਪਾਤਸ਼ਾਹ ਨੇ ਅੱਗੇ ਲਿਖਿਆ, ਇੱਕ ਭਰਮ ਭੂਖੇ ਮੋਹ ਪਿਆਸੇ। ਉਹ ਵਿਚਾਰੇ ਨਾ ਤਿਹਾਏ ਸਾਰਾ ਦਿਨ, ਚਲੋ ਹੁਣ ਆਪਾਂ ਕਿਹੜੀ ਰਸ ਦੀ ਗੱਲ ਕਰੀਏ ਵੀ ਬੰਦਾ 24 ਘੰਟੇ ਸੁਪਨਿਆਂ 'ਚ ਵੀ ਉਹੀ ਕੁਝ ਚੱਲੀ ਜਾਂਦਾ, ਦਿਨੇ ਵੀ ਉਹੀ ਕੁਝ ਚੱਲੀ ਜਾਂਦਾ, ਰਾਤ ਨੂੰ ਵੀ। ਵਾਹਿਗੁਰੂ ਭਲਾ ਕਰੇ, ਸਿਆਣਿਆਂ ਦੇ ਬੋਲ ਨੇ, ਕਹਿੰਦੇ ਬੰਦੇ ਦੇ ਜੀਵਨ ਦੀ ਪਰਖ ਕਰਨੀ ਹੋਵੇ, ਬੰਦੇ ਕੋਲੇ ਤੁਸੀਂ 10 ਮਿੰਟ 20 ਮਿੰਟ ਅੱਧਾ ਘੰਟਾ ਬਹਿ ਜਾਓ, ਉਹਨੂੰ ਕੇਰਾਂ ਇੱਕ ਦੋ ਆਪਣੀਆਂ ਗੱਲਾਂ ਸੁਣਾਓ ਆਮ। ਜੇ ਤਾਂ ਤੁਹਾਡੀ ਗੱਲ ਉਹਨੇ ਸੁਣ ਲਈ ਤੇ ਅੱਗੇ ਹੁੰਗਾਰਾ ਵਧੀਆ ਰਿਸਪੌਂਸ ਦਿੰਦਾਗਾ, ਫਿਰ ਤਾਂ ਮੰਨਿਆ ਜਾ ਸਕਦਾ ਵੀ ਉਹ ਬੰਦੇ ਦੇ ਵਿਚਾਰ ਬਦਲ ਸਕਦੇ ਨੇ, ਉਹਨੇ ਆਪਣੇ ਕੀਤੇ ਤੇ ਕੋਈ ਪਛਤਾਵਾ ਕੀਤਾ। ਤੇ ਨਹੀਂ 10 ਮਿੰਟਾਂ ਬਾਅਦ 20 ਮਿੰਟਾਂ ਬਾਅਦ ਘੰਟੇ ਬੱਧੀ ਕੀ ਹੋਵੇਗਾ? ਫਿਰ ਉਸ ਤੋਂ ਬਾਅਦ ਇਹ ਹੋਵੇਗਾ ਵੀ ਉਹ ਬੰਦਾ ਨਾ ਜਿਹੋ ਜੇ ਉਹਦੇ ਖਿਆਲ ਹੁੰਦੇ ਨੇ ਉਹ ਪ੍ਰਗਟ ਹੋਣ ਲੱਗ ਜਾਂਦੇ ਨੇ। ਜੇ ਤਾਂ ਉਹ ਕਾਮ ਵਾਸ਼ਨਾ ਦੇ ਵਿੱਚ ਭੁੱਖਾ ਗਾ, ਫਿਰ ਤਾਂ ਉਹ ਉਹੋ ਜਿਹੀਆਂ ਗੱਲਾਂ ਕਰੂ, ਭਾਵੇਂ ਮਰਦ ਆ ਤੇ ਭਾਵੇਂ ਔਰਤ ਆ। ਜੇ ਉਹਨੂੰ ਰੱਬੀ ਨਾਮ ਦੀ ਭੁੱਖ ਆ ਤੇ ਫਿਰ ਉਹ ਉਹੋ ਜਿਹੀ ਗੱਲ ਕਰੂ।
जे पैसे दा लोभी लालची आ फिर ओहो जी गल करूगा, जे वो दुनियावी तल ते जीव दे चस्कियां विच जुड़िया होया फिर वो ओहो जी गल करूगा। ਇਹ ਸਿਆਣਿਆਂ ਦਾ ਇੱਕ ਆਈਡੀਆ ਵੀ ਬੰਦੇ ਕੋਲੇ ਬੈਠੋ ਤੇ ਝੱਟ ਉਹਦਾ ਪਤਾ ਲੱਗ ਜਾਂਦਾ ਵੀ ਉਹਦੀ ਕਿਹੋ ਜੀ ਅਵਸਥਾ ਹੈ। ਚਲੋ ਇਹ ਤਾਂ ਕੁਝ ਟਾਈਮ ਪਿੱਛੇ ਦੀ ਸੀ, 20-50 ਸਾਲ ਪਿੱਛੇ ਦੇ ਵਿਚਾਰ ਸਨ ਬੰਦੇ ਨੂੰ ਪਰਖਣ ਵਾਸਤੇ। ਤੇ ਜੇ ਅੱਜ ਪਰਖ ਕਰਨੀ ਹੋਵੇ ਬੜਾ ਛੇਤੀ ਪਰਖ ਹੋ ਜੂ। ਅੱਜ ਤਾਂ ਬੰਦੇ ਨੂੰ ਪਰਖਣਾ ਹੋਵੇ ਨਾ, ਮੰਨ ਲਓ ਵੀ 1 ਮਿੰਟ ਬਹੁਤ ਆਗਾ, 1 ਮਿੰਟ ਦੇ ਵਿੱਚ ਬੰਦੇ ਦੀ ਪਰਖ ਹੋ ਜੂਗੀ। ਕਿਵੇਂ ਪਰਖੂ? ਅੱਜ ਬੰਦੇ ਨੂੰ ਪਰਖਣਾ ਹੋਵੇ ਤੇ ਵਾਹਿਗੁਰੂ ਭਲਾ ਕਰੇ, ਬੰਦੇ ਦਾ ਮੋਬਾਈਲ ਫੋਨ ਹਰੇਕ ਕੋਲੇ ਆ, ਉਹਦਾ ਮੋਬਾਈਲ ਫੋਨ ਫੜ ਲਓ, ਝੱਟ ਪਤਾ ਲੱਗ ਜੂ, ਪਰਖ ਹੋ ਜੂਗੀ। ਵਾਹਿਗੁਰੂ ਭਲਾ ਕਰੇ, ਕੱਲੇ ਕੱਲੇ ਐਪ ਨੂੰ ਕੀ ਕਰੀ ਬੈਠਾਗਾ, ਲੋਕ ਲਾਈ ਬੈਠਾਗਾ, ਇਹਦਾ ਮਤਲਬ ਬੰਦਾ ਖਤਰਨਾਕ ਆ। ਵਾਹਿਗੁਰੂ ਭਲਾ ਕਰੇ, ਇੱਕ ਸੇਫਟੀ ਵਾਸਤੇ ਲੋਕ ਲੱਗਦਾਗਾ, ਉਹ ਅਲੱਗ ਚੀਜ਼ ਆ, ਇੱਕ ਕੱਲੇ ਕੱਲੇ ਐਪ ਨੂੰ ਲੱਗਿਆ ਹੋਇਆ ਹੈਗਾ। ਚਲੋ ਦੂਜੀ ਗੱਲ, ਬੰਦਾ ਹੁਸ਼ਿਆਰ ਬਹੁਤ ਆ, ਉਹ ਕਹਿੰਦਾ ਮੈਂ YouTube ਤੇ ਜੋ ਵੇਖਿਆ ਨਾ ਤੇ ਉਹ ਨਾਲ ਦੀ ਨਾਲ ਮੈਂ ਡਿਲੀਟ ਕਰ ਦਿੰਨਾਗਾ ਤੇ ਮੈਨੂੰ ਫੜ ਕੇ ਦਿਖਾਵੇ ਕੋਈ, ਮੈਨੂੰ ਪਕੜ ਨਹੀਂ ਸਕਦਾਗਾ। ਪਰ ਜਿਹੜਾ ਮੋਬਾਈਲ ਫੋਨ ਆ ਨਾ, ਇਹ ਇੱਕ ਕੰਮ ਕਰਦਾ, ਇਹ ਸੱਚ ਬੋਲਦਾ। ਸੱਚ ਕਿਵੇਂ ਬੋਲਦਾ? ਜਿਹੜੀ ਚੀਜ਼ ਦੀ ਤੁਸੀਂ ਜ਼ਿਆਦਾ ਇਸ ਮੋਬਾਈਲ ਫੋਨ ਤੇ ਵਰਤੋਂ ਕਰੋਗੇ, ਕੁਛ ਵੀ ਵਰਤਾਂਗੇ ਆਪਾਂ, ਇਹ ਸੱਚ ਇਸ ਪੱਖ ਤੇ ਬੋਲਦਾ, ਇਹਦੀ ਸਕਰੀਨ ਤੇ ਉਹੀ ਕੁਛ ਹੁੰਦਾ। ਕੋਈ ਵੀ ਐਪ ਖੋਲੋਗੇ ਸਭ ਤੋਂ ਪਹਿਲਾਂ ਉਹੀ ਚੀਜ਼ਾਂ ਆਉਣਗੀਆਂ। ਆਮ ਨਹੀਂ ਘਰਾਂ 'ਚ ਕਹਿੰਦੇ ਜੀ ਸਾਡੇ ਫੋਨ ਤੇ ਤਾਂ ਗੰਦ ਮੰਦ ਜਾ ਬਾਹਲਾ ਆਉਂਦਾ, ਮੈਂ ਤਾਂ ਘੱਟ ਹੀ ਚਲਾਉਣਾ। ਨਹੀਂ ਭਾਈ, ਤੂੰ ਦੇਖਦਾ ਤਾਂ ਆਉਂਦਾ, ਦੇਖਣੋਂ ਹਟ ਜੋ ਆਉਂਦਾ ਨਹੀਂਗਾ। ਹਰਮੰਦਰ ਸਾਹਿਬ ਤੋਂ ਲੈਬ ਹੁੰਦਾ, ਰੋਜ਼ ਸੁਣਨ ਲੱਗ ਜੋ, ਤੜਕੇ ਆਪਸ਼ਨ ਆਈ ਪਈ ਹੋਊਗੀ ਹਰਮੰਦਰ ਸਾਹਿਬ ਦਾ ਲੈਬ ਆਇਆ ਪਿਆ ਹੋਊਗਾ ਤੜਕੇ। ਸੋ ਵਾਹਿਗੁਰੂ ਭਲਾ ਕਰੇ, ਇਹ ਤਾਂ ਕੁਝ ਸਮਾਂ ਪਹਿਲਾਂ ਦੀ ਗੱਲ ਸੀ। ਬੰਦੇ ਦੇ ਕਮਰੇ ਤੋਂ ਪਤਾ ਲੱਗ ਜੂ, ਬੰਦੇ ਦੀ ਬੋਲਬਾਣੀ ਤੋਂ ਪਤਾ ਲੱਗ ਜੂ, ਪਰ ਸਤਿਗੁਰੂ ਪਾਤਸ਼ਾਹ ਜੀ ਦੇ ਉਹਨਾਂ ਪੁਆਇੰਟਾਂ ਨੂੰ ਆਪਾਂ ਅੱਜ ਵਰਤਣਾ ਹੋਵੇ ਤਾਂ ਅੱਜ ਬੰਦੇ ਦੀ ਮੋਬਾਈਲ ਫੋਨ ਤੋਂ ਪਤਾ ਲੱਗ ਜੂ ਬੰਦਾ ਕਿਹੋ ਜਿਹੇ ਵਿਚਾਰਾਂ ਦਾ ਹੈਗਾ। ਇੱਥੇ ਪਾਤਸ਼ਾਹ ਨੇ ਲਿਖਿਆ ਕੀ ਸੀ? ਇੱਕ ਭਰਮ ਭੂਲੇ, ਅੱਗੇ ਲਿਖਿਆਗਾ ਮੋਹ ਪਿਆਸੇ। ਅੱਗੇ ਲਿਖਦੇ ਨੇ, ਕਹਿੰਦੇ ਇੱਕ ਰਸ ਚਾਖ, ਇੱਕ ਅਨੇਕਾਂ ਰਸਾਂ ਦੇ ਵਿੱਚ ਲੱਗੇ ਹੋਏ ਨੇ, ਫੋਕਟ ਰਸਾਂ ਦੇ ਵਿੱਚ। ਉਹ ਵੈਸੇ ਆਪਣੇ ਤੇ ਪਰਦਾ ਪਾਈ ਬੈਠੇ ਨੇ, ਪਰ ਪਾਤਸ਼ਾਹ ਜੀ ਕਹਿੰਦੇ ਹੈਗੇ ਨੇ, ਬਹੁਤ ਗਿਣਤੀ ਆ, ਸੈਂਕੜੇ ਹਜ਼ਾਰਾਂ ਲੱਖਾਂ ਦੇ ਵਿੱਚ ਨੇ। ਪਰ ਪਾਤਸ਼ਾਹ ਜੀ ਮੈਨੂੰ ਹੁਣ ਹੋ ਗਈ ਫਿਕਰ ਤੇ ਮੈਂ ਇਹਨਾਂ ਰਸਾਂ ਤੋਂ ਕਿਵੇਂ ਖਹਿੜਾ ਛਡਵਾਵਾਂ। ਫਿਰ ਗੁਰੂ ਸਾਹਿਬ ਜੀ ਨਾ ਅੱਧੀ ਤੁਕ ਦੇ ਅਗਲੇ ਹਿੱਸੇ ਵਿੱਚ ਦੱਸਦੇ ਨੇ, ਕਹਿੰਦੇ ਸ਼ਬਦ ਤ੍ਰਿਪਤਾਸੇ। ਦਵਾਈ ਹੈ ਇੱਕ ਛੋਟੀ ਜੀ ਪੁੱਤ, ਉਹ ਦਵਾਈ ਕਿਹੜੀ ਆ? ਤੂੰ ਸ਼ਬਦ ਨੂੰ ਨਾ ਆਪਣੀ ਜ਼ਿੰਦਗੀ 'ਚ ਵਰਤ ਲਾ। ਦੇਖੋ 2 ਕਿਸਮ ਦੇ ਸ਼ਬਦ ਨੇ, ਇੱਕ ਤਾਂ ਆਪਾਂ ਜਿਨ੍ਹਾਂ ਨੂੰ ਅਪ ਸ਼ਬਦ ਕਹਿ ਦਿੰਦੇ ਆ, ਗੰਦੇ ਸ਼ਬਦ, ਉਹ ਬੰਦੇ ਨੂੰ ਗੰਦੇ ਥਾਂ ਤੇ ਲੈ ਜਾਂਦੇ ਨੇ। ਗੰਦੇ ਸ਼ਬਦ ਸੁਣਨ ਲੱਗ ਗਿਆ, ਉਹ ਗੰਦੇ ਥਾਂ ਤੇ ਲੈ ਜਾਣਗੇ। ਚੰਗੇ ਸ਼ਬਦ ਸੁਣਨ ਲੱਗ ਗਿਆ ਤੇ ਉਹ ਸ਼ਬਦ ਚੰਗੇ ਥਾਂ ਤੇ ਲਿਆਉਣਗੇ। ਗੁਰੂ ਦੀ ਬਾਣੀ ਸੁਣਨ ਲੱਗ ਗਿਆ ਨਾ, ਉਹ ਗੁਰੂ ਦੀ ਸੰਗਤ ਚ ਲਿਆਊ ਬੰਦੇ ਨੂੰ। ਕਿੰਨੇ ਹੀ ਕੰਮ ਹੋਵੇ, ਬੰਦਾ ਕਹਿੰਦਾ ਨਹੀਂ ਬਾਈ ਮੈਂ ਆਪਣੇ ਕੰਮ ਨੂੰ ਨਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦੇ ਬੋਲ ਸੁਣਨੇ ਨੇ, ਗੁਰੂ ਦੀ ਸੰਗਤ ਦੇ ਦਰਸ਼ਨ ਕਰਨੇ ਨੇ, ਗੁਰੂ ਦੇ ਦਰਸ਼ਨ ਕਰਨੇ। ਤੁਹਾਡੇ ਚੋਂ ਬੜੀਆਂ ਸਾਰੀਆਂ ਰੂਹਾਂ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੰਮ ਆ, ਪਰ ਉਹਨਾਂ ਨੇ ਆਪਣੇ ਉਹ ਕੰਮ ਦੇ ਵਿੱਚੋਂ ਸਮਾਂ ਕੱਢਿਆ ਵੀ ਨਹੀਂ, ਗੁਰੂ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਮਾਫ ਕਰਨਾ, ਜਿਹੜਾ ਬੰਦਾ ਗੰਦੇ ਕੰਮ ਕਰਦਾ, ਪਾਤਸ਼ਾਹ ਕਹਿੰਦੇ ਉਹਦਾ ਸੁਭਾਅ ਵੀ ਅਜਿਹਾ ਹੀ ਹੁੰਦਾ। ਉਹ ਕਿੰਨੇ ਹੀ ਆਸੇ ਪਾਸੇ ਤੋਂ ਵਿਜੀ ਹੋਵੇ, ਉਹ ਮੰਦੇ ਕੰਮ ਕਰਨ ਦੇ ਲਈ ਸਮਾਂ ਕੱਢ ਲੈਂਦਾ। ਸੋਚ ਕੇ ਦੇਖੋ, ਜਿਹਨੇ ਗਲਤ ਕੰਮ ਕਰਨੇ ਆ ਨਾ, ਉਹ ਤੁਰਿਆ ਜਾਂਦਾ, ਮੰਦੜੇ ਕੰਮ ਵੀ ਕਰ ਜਾਂਦਾ। ਵਾਹਿਗੁਰੂ ਭਲਾ ਕਰੇ। ਪਰ ਪਾਤਸ਼ਾਹ ਜੀ ਕਹਿੰਦੇ ਤੇਰੇ ਤੇ, ਜਿਹੜੀ ਕਿ ਸਾਨੂੰ ਸਮਝਾਤਾ ਵੀ ਸਾਡੇ ਤੇ ਡਿਪੈਂਡ ਆ ਵੀ ਅਸੀਂ ਚੰਗੇ ਸ਼ਬਦ ਸੁਣ ਕੇ ਚੰਗੇ ਪਾਸੇ ਲੱਗਣਾ ਜਾਂ ਮਾੜੇ ਸ਼ਬਦ ਸੁਣ ਕੇ ਮਾੜੇ ਪਾਸੇ ਲੱਗਣਾ। ਗੁਰੂ ਸਾਹਿਬ ਨੇ 2 ਆਪਸ਼ਨਾਂ ਦਿੱਤੀਆਂ ਨੇ, ਪਰ ਇਹ ਸੱਚਾਈ ਆ। ਕਹਿੰਦੇ ਜਿਹੋ ਜਿਹਾ ਸੁਣੋਗੇ, ਜਿਹੋ ਜਿਹਾ ਪੜੋਗੇ ਸ਼ਬਦ ਨੂੰ, ਕਹਿੰਦੇ ਸ਼ਬਦ ਵਿੱਚ ਇੱਕ ਖੂਬੀ ਆ,
शब्द विच खूबी आ, जिहो जिहा पढ़ोगे जिहो जिहा सुनोगे वो शब्द तुहानूं ओहो जी थां ते ले जाऊगा। माड़ा सुनन लागे आपां नूं पता सिनेमे घरां चले जावांगे, ठेकिਆਂ ते चले जावांगे, ते चंगा सुनन लागे चंगे पासे आ जा। गुरु की बाणी सुनन लागे तो गुरु वर्गे बन जाएंगे, ते जे माड़ा सुनन लागे तो माड़े वर्गे। फिर लिखिया कि सी पातशाह कहते तैनूं शब्द तृप्त कर सकदा गुरु दा शब्द। ये ओ शब्द आ जिन्हों फरीद साहब ने भी कहा सीगा, फरीदा शक्कर खंड नबात गुड़ माखियो माझा दुध सभे वस्तु मिठियां रब न पूजन तुद। भी ये शब्द तक, इस शब्द के स्वाद तक कह लो, रस तक कह लो, भी गुरु पातशाह जी कहते ना कोई भी दुनिया का रस पहुँच नहीं सकता। आपां शाम वाली क्लास भी एक दिन गल कीती सी भी दुनियावी रस तां ओह ने जिहड़ा पहली बुरकी च रस आ वो 101% आ, दूजी बुरकी दे विच रोटी दे विच रस अद्धा घट गया, तीजी विच उदों अद्धा घट गया, चौथी विच उदों घट गया, पंजवीं वेले साडे हत्थ खड़े असीं होर नहीं कुछ भी छकना। मतलब कि छकण तो पहला साडे अंदर वो रस प्राप्त करन दी 100% भावना सी, छेती छेती तैयार करो ते मैं खावां। पर जिहड़ा गुरु दा शब्द रूपी रस आ ना, ये ओ रस आ जिहनूं पहली बार आपां प्राप्त करांगे, सुनांगे, पढ़ांगे, बुझांगे, सानूं स्वाद नहीं आऊगा, फिक्का फिक्का लगूगा, बोर हो जाएंगे असीं सुनते सुनते अक जाएंगे, असीं सुनते सुनते भज जाएंगे। दूजी बार सुनांगे फिर भी नहीं गल बननी, तीजी बार सुनांगे फिर भी नहीं गल बननी, चौथी बार सुनांगे फिर थोड़ा जिहा स्वाद आऊगा। ते जिहड़े सियाणे सज्जन हुंदे हैं ना, बच्चे कह लो, सज्जन कह लो, कोई भी कह लो, वो एक गल नूं कई कई बार सुनते ने, एक गल नूं क्यों भला भी उहदे चों मैं रस लवां ते फिर अगे तुरूंगा, उन्ना टाइम मैं अगला पेज अगली गल शुरू नहीं करनी। जनी कि असली रस गुरु दा नाम रूपी रस ये पहली बार च फिक्का, फिर फिक्का, फिर फिक्का, फिर फिक्का, चौथी पंजवीं वार दे विच जाके थोड़ा जिहा स्वाद आउंदा, उदों नूं जाके असीं भज जाने आ, अक जाने आ। ਆਪਾਂ कई बार कहते नहीं होंगे फलाना बंदा पहलियां च तां बड़ा भजदा रहा, हुण पता नहीं की हो गया। वो आही गल हुंदी आ, उहनूं स्वाद नहीं आया। स्वाद चौथी पंजवीं स्टेज नूं टप के फिर शुरू हुंदा गा। जिवें पहली बार ना बच्चे नूं स्कूल जाना किन्ना बुरा लगदा, ते जदों स्कूली सिस्टम दे नाल जुड़ जे ते फिर वो बिना कहे ही तैयार होण लग जांदा गा। पहली बार तो बड़े लालच देने पैंदे ने, इवें जिवें गुरु वाला पासा दुनियावी रस पहली बार च स्वाद वधदा गा। बस इत्थे ही गल गुरु साहब ने लिखी आ, जिहड़ा शब्द आ ना ये सज्जन ठग नूं जे बदल सकदा ना ते सानू भी बदल दूगा, जे भूमिए चोर नूं बदल सकदा तां सानू भी बदल दूगा। अगे पातशाह कहंदे एक रंग राते एक मर धूर, एक रंग विच रंगे गए, एक वाधू फोकट कम्मां विच आसे पासे विचारे मर गए, एक दर घर साचे देख हदूर। एक मालक दे घर नूं नेड़े जाणदे ने ते मालक नूं हर वक्त हाज़र नाज़र जाणदे ने। आपां उन्हां दे विच अपना नाम ऐड करवा लईए, लिखवा लईए, जिहड़े मालक नूं अपने नेड़े जाणदे ने। आपां रोज़ पढ़िया करिए गुर मेरा संग सदा है नाले, सास सास तिस सदा संभाले। सदा सुबह पढ़ते भी अपन नितनेम, जो नहीं करते जरूर करया करो, नहीं करते करया करो, नहीं करना आउंदा तां सुनिया करो। नितनेम सिख दी पहली पौड़ी आ। जिवें कोठे ते चढ़ना होवे ना, पहला अड्डा ना होवे पौड़ी दा ते कोठे ते असीं चढ़ नहीं सकांगे। पहले स्टैप ते तां पैर धरना पऊगा ही पऊगा। ਆਪਾਂ ਆਮ ਹੀ ਕਹਿੰਦੇ ਨੇ ਲੈ ਪਹਿਲੀਆਂ 'ਚ ਸਿਖਰ ਲੈਣ ਨੂੰ ਹੱਥ ਪਾਉਣ ਨੂੰ ਫਿਰਦਾ, ਐ ਨਹੀਂ ਚੜੀਦਾ। ਪਹਿਲਾਂ ਸਟੈਪ ਬਾਏ ਸਟੈਪ, ਮਤਲਬ ਪੌੜੀ ਦਰ ਪੌੜੀ ਚੜ੍ਹਨਾ ਪਊਗਾ। ਨਿਤਨੇਮ ਸਿੱਖ ਦੀ ਜ਼ਿੰਦਗੀ ਦਾ ਪਹਿਲਾ ਅੱਡਾ, ਪਹਿਲੀ ਪੌੜੀ ਹੈ, ਜ਼ਰੂਰੀ ਆ। ਇਹ ਤੇ ਪੈਰ ਟਿਕੂਗਾ ਹੀ ਟਿਕੂਗਾ। ਤੇ ਫਿਰ ਅੱਗੇ ਜੇ ਨਿਤਨੇਮ ਤੇ ਹੀ ਖੜ ਗਏ ਫਿਰ ਕੋਠੇ ਤੇ ਨਹੀਂ ਜਾ ਜਾਊਗਾ। ਇਹ ਵੀ ਗੱਲ ਨਾਲ ਆ। ਨਿਤਨੇਮ ਤੋਂ ਅੱਗੇ ਵੀ ਆਪਾਂ ਟੱਪਣਾ, ਅੱਗੇ ਟੱਪਣਾ ਕਿਵੇਂ ਆ? ਫਿਰ ਆਪਾਂ ਅੱਗੇ ਸਹਿਜ ਪਾਠ ਦੀ ਵਿਚਾਰ, ਹੋਰ ਵਾਧੂ ਦੀ ਸੇਵਾ ਕਰਨ ਵਾਲੇ ਗੁਣ, ਹੋਰ ਜਿੰਨੇ ਮਰਜ਼ੀ ਗੁਣ ਲਈ ਚਲੋ। ਪੌੜੀਆਂ ਜਿੰਨੀਆਂ ਮਰਜ਼ੀ ਆਪਣੀਆਂ ਬਣਾ ਲਓ, 5 ਪੌੜੀਆਂ ਬਣਾ ਲਓ,
10 ਬਣਾ ਲਓ, 20 ਬਣਾ ਲਓ, 25 ਬਣਾ ਲਓ, 35 ਬਣਾ ਲਓ, ਉਹ ਮਰਜ਼ੀ ਸਾਡੀ ਆ। ਅੱਗੇ ਜਿੰਨੇ ਉੱਚੇ ਜਾਣਾ ਉਨੀਆਂ ਪੌੜੀਆਂ ਵੱਧ ਜਾਣਗੀਆਂ, ਜਿੰਨੀ ਆਪਾਂ ਆਪਣੀ ਉੱਚੀ ਅਵਸਥਾ ਬਣਾਉਣੀ ਆ ਉਨੀਆਂ ਪੌੜੀਆਂ ਵਧੀ ਜਾਣਗੀਆਂ। ਵਾਹਿਗੁਰੂ ਭਲਾ ਕਰੇ। ਸਭ ਦਾ ਧੰਨਵਾਦ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।